हाँ जी बेटा, ये अपना ਜਿਹੜਾ ਹੈਗਾ 23 ਫਰਵਰੀ ਦਾ ਲੈਕਚਰ ਹੈਗਾ ਜਿਸ ਦੇ ਵਿੱਚ ਆਪਾਂ ਆਪਣਾ ਨੈਕਸਟ ਟੌਪਿਕ ਮੀਡੀਅਨ ਸਟਾਰਟ ਕਰ ਰਹੇ ਹਾਂ। ਮੀਡੀਅਨ ਠੀਕ ਹੈ, ਇਹ ਆਪਣੀ ਨੈਕਸਟ ਸੈਂਟਰਲ ਟੈਂਡੈਂਸੀ ਦੀ ਟਾਈਪ ਆ ਜਾਂਦੀ ਹੈਗੀ। ਨੈਕਸਟ ਮੇਜਰ ਆਫ ਸੈਂਟਰਲ ਟੈਂਡੈਂਸੀ ਇਜ਼ ਮੀਡੀਅਨ। ਇਹਨੂੰ ਆਪਾਂ ਪੋਜੀਸ਼ਨਲ ਮੇਜਰ ਆਫ ਸੈਂਟਰਲ ਟੈਂਡੈਂਸੀ ਕਹਿ ਦਿੰਦੇ ਹਾਂ। ਪੋਜੀਸ਼ਨਲ ਮੇਜਰ ਆਫ ਸੈਂਟਰਲ ਟੈਂਡੈਂਸੀ ਕਿਉਂ? ਮਿਡਲ ਮੀਨਸ ਸਭ ਤੋਂ ਪਹਿਲਾਂ ਤਾਂ ਮੀਡੀਅਨ ਦਾ ਮੀਨਿੰਗ ਕੀ ਹੈਗਾ? ਮੀਡੀਅਨ ਮੀਨਸ ਮਿਡਲ ਵੈਲਿਊ। ਠੀਕ ਹੈ, ਮਿਡਲ ਵੈਲਿਊ ਮੀਨਸ ਮਿਡ ਵੈਲਿਊ। ਠੀਕ ਹੈ, ਮਿਡ ਵੈਲਿਊ ਮੀਨਸ ਜੋ ਮਿਡ ਪੁਆਇੰਟ ਹੁੰਦਾ, ਜਿਵੇਂ ਆਪਾਂ ਇੱਕ ਤਰ੍ਹਾਂ ਦਾ ਮਿਡ ਪੁਆਇੰਟ ਕਹਿ ਦਿੰਦੇ ਨਾ, ਬਿਲਕੁਲ ਵਿਚਕਾਰ ਵਾਲਾ, ਉਵੇਂ ਆਪਾਂ ਕਹਿ ਦਿੰਦੇ ਮਿਡ ਵੈਲਿਊ, ਜੋ ਬਿਲਕੁਲ ਵਿਚਕਾਰ ਲਾਈ ਕਰਦੀ ਹੈ, ਦੈਟ ਵੈਲਿਊ। ਇਟ ਡਿਵਾਈਡ ਦਾ ਗਿਵਨ ਸੀਰੀਜ਼। ਜਿਹੜੀ ਵੀ ਆਪਾਂ ਨੂੰ ਸੀਰੀਜ਼ ਗਿਵਨ ਹੁੰਦੀ ਹੈ ਨਾ, ਕੋਈ ਵੀ ਆਪਾਂ ਨੂੰ ਡਾਟਾ ਗਿਵਨ ਹੈ, ਉਹਨੂੰ ਕੀ ਕਰਦੀ ਹੈ, ਦੋ ਇਕੁਅਲ ਪਾਰਟਸ ਦੇ ਵਿੱਚ ਡਿਵਾਈਡ ਕਰ ਦਿੰਦੀ ਹੈਗੀ। ਜੋ ਵੀ ਡਾਟਾ ਗਿਵਨ ਹੈ ਉਹਨੂੰ ਦੋ ਇਕੁਅਲ ਪਾਰਟਸ 'ਚ ਡਿਵਾਈਡ ਕਰਦੇ ਹਾਂ। ਆਪਾਂ ਉਹਦੀ ਕੀ ਕਰਦੇ ਹਾਂ, ਇੱਕ ਮਿਡ ਵੈਲਿਊ ਚੂਜ਼ ਕਰ ਲੈਂਦੇ ਹਾਂ ਡਾਟਾ ਦੀ। ਜਿਵੇਂ ਆਹ ਆਪਾਂ ਨੂੰ ਡਾਟਾ ਗਿਵਨ ਹੈ, ਇਹਦੀ ਆਪਾਂ ਮਿਡ ਵੈਲਿਊ ਚੂਜ਼ ਕਰ ਲਈਗੀ ਅਤੇ ਇਹਨੂੰ ਕੀ ਕੀਤਾ, ਦੋ ਹਿੱਸਿਆਂ 'ਚ ਡਿਵਾਈਡ ਕਰਦੇ ਆ, ਹਾਫ ਇਹਦੇ ਉੱਪਰ ਹਾਫ ਇਹਦੇ ਨੀਚੇ। ਕਲੀਅਰ? ਇਸ ਤਰ੍ਹਾਂ ਇਟ ਡਿਵਾਈਡ ਦਾ ਸੀਰੀਜ਼ ਇਨਟੂ ਟੂ ਇਕੁਅਲ ਪਾਰਟਸ ਵੈਨ ਡਾਟਾ ਆਰ ਅਰੇਂਜਡ ਇਨ ਅਸੈਂਡਿੰਗ ਔਰ ਡਿਸੈਂਡਿੰਗ ਔਰਡਰ। ਠੀਕ ਹੈ, ਇਸ ਚੀਜ਼ ਦਾ ਧਿਆਨ ਰੱਖਣਾ, ਜਦੋਂ ਵੀ ਆਪਾਂ ਮੀਡੀਅਨ ਕੱਢਣਾ ਹੈ ਆਪਾਂ ਗਿਵਨ ਡਾਟੇ ਨੂੰ ਜਾਂ ਤਾਂ ਅਸੈਂਡਿੰਗ ਔਰਡਰ ਦੇ ਵਿੱਚ ਜਾਂ ਡਿਸੈਂਡਿੰਗ ਔਰਡਰ ਦੇ ਵਿੱਚ ਅਰੇਂਜ ਕਰਾਂਗੇ। ਅਸੈਂਡਿੰਗ ਅਤੇ ਡਿਸੈਂਡਿੰਗ ਦਾ ਕੀ ਮਤਲਬ ਹੈ? ਵੱਧਦੇ ਕ੍ਰਮ ਦੇ ਵਿੱਚ ਜਾਂ ਘੱਟਦੇ ਕ੍ਰਮ ਦੇ ਵਿੱਚ। ਠੀਕ ਹੈ, ਅਸੈਂਡਿੰਗ ਵੱਧਦੇ ਕ੍ਰਮ ਦੇ ਵਿੱਚ, ਡਿਸੈਂਡਿੰਗ ਘੱਟਦੇ ਕ੍ਰਮ ਦੇ ਵਿੱਚ ਤੁਸੀਂ ਲਿਖੋਗੇ। ਠੀਕ ਹੈ, ਮੀਡੀਅਨ ਨੂੰ ਆਪਾਂ ਕੈਪੀਟਲ ਐਮ ਨਾਲ ਡਿਨੋਟ ਕਰਦੇ ਹੈ। ਕਲੀਅਰ? ਧਿਆਨ ਠੀਕ ਹੈ ਬੇਟਾ, ਸਮਝ ਆ ਗਿਆ। ਮੀਡੀਅਨ ਹੁੰਦਾ ਕੀ ਹੈ? ਮਿਡ ਵੈਲਿਊ। ਮੀਡੀਅਨ ਦਾ ਮਤਲਬ ਹੈ ਮਿਡ ਵੈਲਿਊ। ਪਰ ਜਦੋਂ ਵੀ ਆਪਾਂ ਮਿਡ ਵੈਲਿਊ ਲੈਣੀ ਹੈ, ਹਮੇਸ਼ਾ ਗਿਵਨ ਡਾਟੇ ਨੂੰ ਆਪਾਂ ਕੀ ਕਰਾਂਗੇ, ਅਸੈਂਡਿੰਗ ਔਰਡਰ ਜਾਂ ਡਿਸੈਂਡਿੰਗ ਔਰਡਰ 'ਚ ਲਿਖਾਂਗੇ ਅਤੇ ਜੋ ਮਿਡ ਵੈਲਿਊ ਹੋਗੀ ਉਹ ਆਪਣਾ ਕੀ ਹੈ, ਮੀਡੀਅਨ ਬਣ ਜਾਏਗਾ। ਬਿਲਕੁਲ ਸਿੰਪਲ ਹੈ ਮੀਡੀਅਨ ਫਾਈਂਡ ਆਊਟ ਕਰਨਾ, ਅਤੇ ਕੈਪੀਟਲ ਐਮ ਨਾਲ ਇਹਨੂੰ ਆਪਾਂ ਡਿਨੋਟ ਕਰਦੇ ਹਾਂ। ਨੈਕਸਟ ਆਪਣੇ ਕੋਲ ਡੈਫੀਨੇਸ਼ਨ ਹੈ ਪ੍ਰੋਫੈਸਰ L.R. ਕੋਨਰ ਦੀ। ਦਾ ਮੀਡੀਅਨ ਇਜ਼ ਦੈਟ ਵੈਲਿਊ ਆਫ ਦਾ ਵੇਰੀਏਬਲ। ਮੀਡੀਅਨ ਕੀ ਹੈ? ਵੇਰੀਏਬਲ ਦੀ ਉਹ ਵੈਲਿਊ ਹੈ ਵਿਚ ਡਿਵਾਈਡਸ ਦਾ ਗਰੁੱਪ ਇੰਟੂ ਟੂ ਇਕੁਅਲ ਪਾਰਟਸ, ਜਿਹੜੇ ਕਿ ਗਿਵਨ ਗਰੁੱਪ ਨੂੰ ਦੋ ਇਕੁਅਲ ਪਾਰਟਸ 'ਚ ਡਿਵਾਈਡ ਕਰਦੀ ਹੈ। ਵਨ ਕੰਪਰਾਈਜ਼ਿੰਗ ਆਲ ਵੈਲਿਊਜ਼ ਗ੍ਰੇਟਰ ਦੈਨ ਐਂਡ ਅਦਰ ਆਲ ਵੈਲਿਊਜ਼ ਲੈਸ ਦੈਨ ਦਾ ਮੀਡੀਅਨ। ਅਤੇ ਮਤਲਬ ਉਹਦੇ ਇੱਕ ਪਾਸੇ ਕਿ ਸਾਰੀਆਂ ਗ੍ਰੇਟਰ ਵੈਲਿਊਜ਼ ਹੁੰਦੀਆਂ ਅਤੇ ਦੂਜੇ ਪਾਸੇ ਸਾਰੀਆਂ ਲੈਸ ਦੈਨ ਵੈਲਿਊਜ਼ ਆਪਣੇ ਕੋਲੇ ਹੁੰਦੀਆਂ। ਇਸੇ ਕਰਕੇ ਕਿਉਂਕਿ ਆਪਾਂ ਨੂੰ ਇਹਦੀ ਪੋਜੀਸ਼ਨ ਦੇਖ ਕੇ ਕਿ ਮਿਡ ਦੇ ਵਿੱਚ ਲਾਈ ਕਰਦੀ ਹੈ, ਇਹਨੂੰ ਆਪਾਂ ਕੀ ਕਹਿ ਦਿੰਦੇ ਹਾਂ, ਪੋਜੀਸ਼ਨਲ ਐਵਰੇਜ ਵੀ ਇਹਨੂੰ ਕਿਹਾ ਜਾਂਦਾ ਹੈਗਾ। ਮੀਡੀਅਨ ਅਤੇ ਇਹਦੀ ਕੁਆਲਿਟੀ ਹੋਰ ਕੀ ਹੈ? ਮੀਡੀਅਨ ਇਜ਼ ਨੋਟ ਬੇਸਡ ਔਨ ਦਾ ਵੈਲਿਊਜ਼ ਆਫ ਦਾ ਆਲ ਦਾ ਆਈਟਮ। ਸਾਰੀਆਂ ਵੈਲਿਊਜ਼ ਦੇ ਉੱਤੇ ਨਹੀਂ ਨਾ ਬੇਸ ਜਾਏਗੀ। ਆਪਾਂ ਨੇ ਕੀ ਕੀਤਾ, ਸਿਰਫ ਡਾਟੇ ਨੂੰ ਕੀ ਕੀਤਾ, ਅਰੇਂਜ ਕਰਤਾ ਅਸੈਂਡਿੰਗ ਜਾਂ ਡਿਸੈਂਡਿੰਗ ਔਰਡਰ ਵਿੱਚ, ਅਤੇ ਜਿਹੜੀ ਮਿਡ ਦੇ ਵਿੱਚ ਵੈਲਿਊ ਆ ਉਹ ਜਿਹੀ ਜੀ ਮਰਜ਼ੀ ਹੋ ਸਕਦੀ ਹੈ, ਆਪਾਂ ਉਹਨੂੰ ਕੀ ਕੀਤਾ ਗਾ, ਚੂਜ਼ ਕਰ ਲਿਆ ਮੀਡੀਅਨ। ਤਾਂ ਇਹਦੇ ਵਿੱਚ ਸਾਰੀਆਂ ਵੈਲਿਊਜ਼ ਦਾ ਤਾਂ ਕੋਈ ਰੋਲ ਨਹੀਂ ਹੈਗੀਆਂ, ਆਲ ਵੈਲਿਊਜ਼ ਇਹਦੇ ਵਿੱਚ ਜਿਹੜੀਆਂ ਹੈਗੀਆਂ ਇਨਕਲੂਡ ਨਹੀਂ ਹੁੰਦੀਆਂ ਹੈਗੀਆਂ। ਕਲੀਅਰ? ਤਾਂ ਦਿਸ ਇਜ਼ ਦਾ ਮੀਡੀਅਨ। ਤਾਂ ਉਸ ਤੋਂ ਬਾਅਦ ਅੱਗੇ ਆਪਾਂ ਕੀ ਕਰਾਂਗੇ, ਇਹਨੂੰ ਅਲੱਗ-ਅਲੱਗ ਜਿਹੜਾ ਹੈਗਾ ਇਨ ਸੀਰੀਜ਼ ਦੇ ਵਿੱਚ ਫਾਈਂਡ ਆਊਟ ਕਰਾਂਗੇ। ਸਭ ਤੋਂ ਪਹਿਲਾਂ ਇੰਡੀਵਿਜੂਅਲ ਸੀਰੀਜ਼ ਦੇ ਵਿੱਚ ਇਹਨੂੰ ਕੱਢਣ ਦਾ ਕੀ ਫਾਰਮੂਲਾ ਹੈਗਾ? ਮੀਡੀਅਨ ਇਨ ਕੇਸ ਆਫ ਇੰਡੀਵਿਜੂਅਲ ਸੀਰੀਜ਼। ਇੰਡੀਵਿਜੂਅਲ ਸੀਰੀਜ਼ ਦੇ ਵਿੱਚ ਮੀਡੀਅਨ ਕੱਢਣ ਦਾ ਕੀ ਫਾਰਮੂਲਾ ਹੈ? ਮੀਡੀਅਨ ਨੂੰ ਐਮ ਨਾਲ ਡਿਨੋਟ ਕਰਦੇ ਹਾਂ। ਦਾ ਸਾਈਜ਼ ਔਰ ਵੈਲਿਊ ਆਫ n+1 ਬਾਈ ਟੂਥ ਆਈਟਮ। ਠੀਕ ਹੈ, ਮੀਡੀਅਨ ਕੱਢਣ ਦਾ ਕੀ ਫਾਰਮੂਲਾ ਹੈ? ਵੈਲਿਊ ਆਫ n+1 ਬਾਈ ਟੂਥ ਆਈਟਮ। ਕਲੀਅਰ? ਵੇਅਰ n ਇਜ਼ ਦਾ ਨੰਬਰ ਆਫ ਆਬਜ਼ਰਵੇਸ਼ਨ। ਜਿੰਨੀਆਂ ਵੀ ਆਪਣੇ ਕੋਲ ਆਬਜ਼ਰਵੇਸ਼ਨਸ ਹੈ, ਠੀਕ ਹੈ, ਉਹ ਇੱਥੇ ਆਪਾਂ ਪੁੱਟ ਕਰ ਲਾਂਗੇ। ਜਿਵੇਂ ਕਿ 10 ਹੈ ਤਾਂ 10 ਪੁੱਟ ਕਰ ਦੇਵਾਂਗੇ, 9 ਹੈ ਤਾਂ 9 ਪੁੱਟ ਕਰ ਦੇਵਾਂਗੇ। ਤਾਂ ਇਸ ਤਰ੍ਹਾਂ ਆਪਣੇ ਕੋਲ ਉਸ ਨੰਬਰ 'ਤੇ ਜਿਹੜੀ ਵੀ ਆਈਟਮ ਹੋਏਗੀ ਉਹ ਆਪਣੇ ਕੋਲ ਕੀ ਹੈ, ਮੀਡੀਅਨ ਆ ਜਾਏਗਾ। ਤਾਂ ਇਹਦੇ ਵਿੱਚ ਕੀ ਆਪਣੇ ਕੋਲ ਦੋ ਕੇਸਿਸ ਅਰਾਈਜ਼ ਕਰਦੇ ਆ। ਇੰਡੀਵਿਜੂਅਲ ਸੀਰੀਜ਼ ਦੇ ਵਿੱਚ ਆਪਣੇ ਕੋਲ ਦੋ ਕੇਸਿਸ ਅਰਾਈਜ਼ ਕਰਦੇ ਆ, ਔਡ ਨੰਬਰ ਆਫ ਸੀਰੀਜ਼ ਅਤੇ ਈਵਨ ਨੰਬਰ ਆਫ ਸੀਰੀਜ਼। ਠੀਕ ਹੈ, ਇਸ ਚੀਜ਼ ਦਾ ਧਿਆਨ ਰੱਖਣਾ ਹੈ। ਹੁਣ ਦੇਖੋ, ਜਦੋਂ ਵੀ ਤੁਹਾਡੇ ਕੋਲ ਸੀਰੀਜ਼ ਹੋਏਗੀ ਉਹਦੇ ਵਿੱਚ ਜਿਹੜੀਆਂ ਆਈਟਮਸ ਹੋਣਗੀਆਂ ਜਾਂ ਤਾਂ ਉਹ ਔਡ ਨੰਬਰਸ ਹੋਣਗੀਆਂ, ਜਿਵੇਂ ਕਿ ਜ਼ਿਆਦਾ ਤੁਹਾਨੂੰ ਜਿਵੇਂ 7, 9, 11 ਇਸ ਤਰ੍ਹਾਂ। ਠੀਕ ਹੈ, ਔਡ ਨੰਬਰਸ 'ਚ ਹੋਣਗੀਆਂ, ਜਾਂ ਉਹ ਈਵਨ ਨੰਬਰਸ ਹੋਣਗੀਆਂ ਜਿਵੇਂ 6, 8, 10। ਕਲੀਅਰ? ਤਾਂ ਦੋਨਾਂ ਵਾਸਤੇ ਤੁਸੀਂ ਕਿਸ ਤਰ੍ਹਾਂ ਕੈਲਕੂਲੇਟ ਕਰਨਾ ਹੈ?
जे ऑड नंबर ऑफ सीरीज़ है, ठीक है, सपोज करो कि ऑड नंबर ऑफ सीरीज़ है तुहाडे कोले, ਤਾਂ ਤੁਸੀਂ ਉਹਨੂੰ ਕਿਵੇਂ ਕਰੋਗੇ, ਪਹਿਲਾਂ ਤਾਂ ਉਹਨੂੰ ਅਸੈਂਡਿੰਗ ਜਾਂ ਡਿਸੈਂਡਿੰਗ ਆਰਡਰ ਦੇ ਵਿੱਚ, ਇਹ ਤਾਂ ਕੰਪਲਸਰੀ ਆ, ਕੋਈ ਵੀ ਹੈ, ਚਾਹੇ ਓਡ ਹੈ ਜਾਂ ਈਵਨ ਹੈ, ਉਹਨੂੰ ਅਸੈਂਡਿੰਗ ਜਾਂ ਡਿਸੈਂਡਿੰਗ ਆਰਡਰ ਦੇ ਵਿੱਚ ਲਗਾ ਲਓਗੇ, ਠੀਕ ਹੈ। ਫਿਰ ਉਹਦੇ ਨੰਬਰ ਆਫ ਆਈਟਮਸ ਜਿਹੜੀਆਂ ਹੈਗੀਆਂ ਕਾਊਂਟ ਕਰਕੇ ਉਹਨੂੰ ਇਕੁਅਲ ਟੂ n ਲਿਖ ਲਓਗੇ, ਕਲੀਅਰ। ਤਾਂ ਇਹ ਉਹਨੂੰ ਕੀ ਕਰੋਗੇ, ਇਸ ਫਾਰਮੂਲੇ ਦੇ ਵਿੱਚ ਪੁੱਟ ਕਰ ਦੋਗੇ। ਇਸ ਫਾਰਮੂਲੇ ਦੇ ਵਿੱਚ ਪੁੱਟ ਕੀਤਾ, ਸਪੋਜ਼ ਜਿਵੇਂ 3m, ਠੀਕ ਹੈ, ਤਾਂ ਤੁਸੀਂ ਕੀ ਕੀਤਾ, 3 ਪੁੱਟ ਕਰਤਾ, 3 + 1 4/2, ਸਿੰਪਲੀ ਤੁਹਾਡੇ ਕੋਲੇ ਆ ਗਿਆ 4/2 ਯਾਨੀ ਕਿ ਸੈਕਿੰਡ ਆਈਟਮ, ठीक है। 4/2 का डिवाइड हो गया, पूरा डिवाइड हो गया ना, सैकेंड आइटम यानी कि साइज़ ऑफ सैकेंड आइटम, जो भी तुहाडे कोले डाटा सीगा ओहदी सैकेंड आइटम का जिहड़ा हैगा वो तुहाडे कोले जिहड़ा हैगा 3 आइटम सीगियां, क्योंकि देखो ना 3 आइटम अपने कोले n की इक्वल टू 3 है, जिमें कि सपोज 2 5 7, हुण इहनूं काउंट किया किन्ने आइटम्स है, 3 आइटम्स है, 3 आइटम्स है, वैल्यू पुट करती 3 + 1 3 + 1 तो 4/2 यानी कि 2, यानी कि साइज ऑफ सैकेंड आइटम का साइज की है 5, तो 5 की आ जाएगा, तो आंसर आ जाएगा, क्लीयर। तो सिंपल आ गया। जो और नंबर ऑफ सीरीज़ है, जो और नंबर ऑफ सीरीज़ है तो बहुत ईजी है, सिंपली तुहाडे कोले साइज ऑफ सैकेंड आइटम आ गया तो तुसीं उहनूं लिखता, आंसर आ गया। जे ईवन नंबर ऑफ सीरीज़ है, जे ईवन नंबर ऑफ सीरीज़ है फिर भी तुसीं करना उमें असेंडिंग ऑर्डर च लगा के, ਤਾਂ ਤੁਸੀਂ ਕੀ ਕਰੋਗੇ, n हैपन्स टू बी एन ईवन नंबर, दैन क्वांटिटी n + 1/2 ਜਿਹੜੀ ਇਹ ਫਰੈਕਸ਼ਨਸ ਦੇ ਵਿੱਚ ਆ ਜਾਏਗੀ, ਹੈ ਨਾ। ਜਦੋਂ ਸਪੋਜ਼ ਕਰ ਲਓ ਜਿਵੇਂ ਕਿ 4 ਹੈ, ਈਵਨ ਨੰਬਰ ਕੀ ਹੈ, 4 ਇਜ਼ ਦਾ ਈਵਨ ਨੰਬਰ, ਤਾਂ 4 + 1/2, 4 + 1/2 ਕੀ ਹੋ ਜਾਏਗਾ ਤੁਹਾਡਾ 5/2 ਹੋ ਗਿਆ, 5/2 ਕਿੰਨਾ ਹੋ ਜਾਏਗਾ 2.5 ਹੋ ਗਿਆ, ਹੈ ਨਾ। ਜਾਂ ਜਿਵੇਂ 3.5 ਇਹਨਾਂ ਨੇ ਲੈ ਲਿਆ, ਜਿਵੇਂ 3.5 ਇਹ ਫਰੈਕਸ਼ਨਸ ਦੇ ਵਿੱਚ ਆ ਗਿਆ, ਫਰੈਕਸ਼ਨਸ ਦੇ ਵਿੱਚ ਜਦੋਂ ਇੱਦਾਂ ਆ ਜੇ ਤਾਂ 3.5 ਹੁਣ ਤੁਸੀਂ ਦੇਖੋ ਇਹ ਕਿਹੜੀ ਆਈਟਮ ਦੇ ਵਿਚਕਾਰ ਲਾਈ ਕਰੇਗਾ, 3.5 ਥਰਡ ਆਈਟਮ ਤੇ ਫੋਰਥ ਆਈਟਮ, ਠੀਕ ਹੈ। ਤਾਂ ਹੁਣ ਇੱਥੇ ਇਹਨੂੰ ਤੁਸੀਂ ਕਿਸ ਤਰ੍ਹਾਂ ਸੋਲਵ ਕਰੋਗੇ, ਸਾਈਜ਼ ਆਫ ਥਰਡ ਆਈਟਮ ਪਲੱਸ ਸਾਈਜ਼ ਆਫ ਫੋਰਥ ਆਈਟਮ ਅਪੋਨ 2, ਕਲੀਅਰ। ਜੇ ਈਵਨ ਨੰਬਰ ਆਫ ਸੀਰੀਜ਼ ਹੈ ਤਾਂ ਤੁਸੀਂ ਕਿਸ ਤਰ੍ਹਾਂ ਜਿਹੜਾ ਹੈਗਾ ਸਮ ਨੂੰ ਸੋਲਵ ਕਰਨਾ ਹੈ, ਮੀਡੀਅਨ ਕਿਸ ਤਰ੍ਹਾਂ ਸੋਲਵ ਕਰਨਾ ਹੈ, ਸਾਈਜ਼ ਆਫ ਥਰਡ ਆਈਟਮ ਪਲੱਸ ਸਾਈਜ਼ ਆਫ ਫੋਰਥ ਆਈਟਮ ਅਪੋਨ 2, ਕਲੀਅਰ। ਇਸ ਤਰ੍ਹਾਂ ਤੁਸੀਂ ਕਰਨਾ। ਆਪਾਂ ਇਹਦੇ ਨਾਲ ਦਾ ਸਮ ਕੱਢਦੇ ਹਾਂ ਤਾਂ ਕਿ ਤੁਹਾਨੂੰ ਇਹ ਚੰਗੀ ਤਰ੍ਹਾਂ ਕਲੀਅਰ ਹੋ ਜੇ, ਫਿਰ ਹੀ ਆਪਾਂ ਅਗਲਾ ਫਾਰਮੂਲਾ ਕਰਾਂਗੇ। ਜਿਵੇਂ ਕਿ ਫਸਟ ਐਗਜ਼ਾਮਪਲ ਹੈਗੀ ਹੈ ਤੁਹਾਡੀ ਕਿ ਕੈਲਕੂਲੇਟ ਮੀਡੀਅਨ ਫਰੋਮ ਦਾ ਫੋਲੋਇੰਗ ਵੈਲਿਊਜ਼। ਆਪਾਂ ਇਹਨੂੰ ਕੀ ਕਰਨਾ, ਤੁਸੀਂ ਕਾਊਂਟ ਕਰਨਾ ਹੈਗਾ। ਪਹਿਲਾਂ ਤਾਂ ਆ ਤੁਹਾਨੂੰ ਇੰਡੀਵਿਜੂਅਲ ਸੀਰੀਜ਼ ਗਿਵਨ ਹੈ, ਇੰਡੀਵਿਜੂਅਲ ਸੀਰੀਜ਼ ਨੂੰ ਪਹਿਲਾਂ ਇਹਨੂੰ ਅਸੈਂਡਿੰਗ ਆਰਡਰ ਦੇ, ਦੇਖੋ ਇਹ ਤੁਹਾਨੂੰ ਉਲਟ ਫੁਲਟ ਦਿੱਤੀ ਹੋਈ 30 45 75 65 ਹੈ ਨਾ। ਪਹਿਲਾਂ ਤਾਂ ਇਹਨੂੰ ਅਸੈਂਡਿੰਗ ਆਰਡਰ ਦੇ ਵਿੱਚ ਲਗਾ ਲਿਆ ਆਪਾਂ ਨੇ, ਕਲੀਅਰ। ਨੋਰਮਲੀ ਆਪਾਂ ਅਸੈਂਡਿੰਗ ਆਰਡਰ 'ਚ ਹੀ ਲਗਾਵਾਂਗੇ, ਸਭ ਤੋਂ ਪਹਿਲਾਂ ਸਭ ਤੋਂ ਛੋਟੀ ਲਗਾ ਲਈ, ਫਿਰ ਉਦੋਂ ਵੱਡੀ, ਫਿਰ ਉਦੋਂ ਵੱਡੀ, ਉਦੋਂ ਵੱਡੀ, ਇਸ ਤਰ੍ਹਾਂ ਅਸੈਂਡਿੰਗ ਆਰਡਰ 'ਚ ਲਗਾ ਲਿਆ। ਫਿਰ ਇਹਨੂੰ ਕਾਊਂਟ ਕੀਤਾ ਤੁਸੀਂ ਕਿੰਨੀਆਂ ਵੈਲਿਊਜ਼ ਹੈ, ਇਹਨੂੰ ਕਾਊਂਟ ਕੀਤਾ ਤਾਂ ਦੀਜ਼ ਆਰ ਦਾ 11, ਤਾਂ 11 ਹੈ ਤਾਂ ਮੀਨਸ ਇਹ ਕੀ ਹੈ, ਔਡ ਨੰਬਰ ਸੀਰੀਜ਼ ਆ। ਔਡ ਨੰਬਰ ਸੀਰੀਜ਼ ਆ ਤਾਂ ਆਪਣਾ ਪਹਿਲਾ ਫਾਰਮੂਲਾ ਅਪਲਾਈ ਹੋ ਜਾਏਗਾ, ਵੈਲਿਊ ਆਫ n + 1/2 ਆਈਟਮ ਆ ਜਾਏਗਾ, ਤਾਂ n ਦੀ ਵੈਲਿਊ ਪੁੱਟ ਕਰਤੀ 11 + 1/2 यानी कि 12/2, 12/2 मीनस 6th आइटम, वैल्यू ऑफ 6th आइटम। हुण तुसीं इत्थे काउंट करोगे 6th आइटम 1 2 3 4 5 6, ये तुहाडी 6th आइटम है, 6th आइटम मीनस 49 इज योर आंसर, क्लीयर। ईजी बेटा समझ आ गया। जो ऑड नंबर ऑफ सीरीज है तो तुसी इस तरह की करना है, सिंपल वैल्यू पुट कर देनी है, तो तुहाडे कोले 6th नंबर ते जो भी आइटम होएगी ਉਹਦਾ जो साइज होएगा वो तुहाडे कोले आंसर है। उस तो बाद सैकेंड ਜਿਹੜੀ एग्जाम्पल है वो की है, तुहाडे कोले तुहानूं आ इंडिविजुअल सीरीज है, ਇਹਨੂੰ ਪਹਿਲਾਂ ਤਾਂ ਅਸੈਂਡਿੰਗ ਆਰਡਰ ਦੇ ਵਿੱਚ ਲਗਾ ਲਿਆ ਆਪਾਂ ਨੇ, ਉਸ ਤੋਂ ਬਾਅਦ ਇਹਨੂੰ ਕਾਊਂਟ ਕੀਤਾ ਤਾਂ ਤੁਹਾਡੇ ਕੋਲੇ ਕੀ ਆ ਗਈਆਂ, ਈਵਨ ਨੰਬਰ ਆਫ ਵੈਲਿਊਜ਼ ਹੈਗੀਆਂ, ਈਵਨ ਨੰਬਰ ਆਫ ਵੈਲਿਊਜ਼ ਆ ਗਈਆਂ। ਤਾਂ ਹੁਣ ਤੁਸੀਂ ਇਹਨੂੰ ਕਿਵੇਂ ਕੈਲਕੂਲੇਟ ਕਰਨਾ, ਪਹਿਲਾਂ ਤਾਂ ਉਵੇਂ, ਠੀਕ ਹੈ। ਵੈਲਿਊ ਆਫ n + 1/2 ਆਈਟਮ 8 + 1 ਯਾਨੀ ਕਿ 9/2, 9/2 ਨੂੰ ਡਿਵਾਈਡ ਕੀਤਾ 2 ਤੇ, 9 ਨੂੰ 2 ਤੇ ਡਿਵਾਈਡ ਕੀਤਾ ਤਾਂ ਵੈਲਿਊ ਆਫ 4.5 5th ਆਈਟਮ, ਠੀਕ ਹੈ। 4.5 ਕਿਹਦੇ ਵਿੱਚ ਲਾਈ ਕਰਦਾ, 4th ਆਈਟਮ ਤੇ 5th ਆਈਟਮ ਦੇ ਵਿਚਕਾਰ, ਹੈ ਨਾ। ਤਾਂ ਸਾਈਜ਼ ਆਫ 4th ਆਈਟਮ ਪਲੱਸ ਸਾਈਜ਼ ਆਫ 5th ਆਈਟਮ ਅਪੋਨ 2, ਤਾਂ ਸਾਈਜ਼ ਆਫ 4th ਆਈਟਮ ਤੁਸੀਂ ਦੇਖੋਗੇ 1 2 3 4,
ਸਾਈਜ਼ ਆਫ 4th ਆਈਟਮ ਤੇ ਸਾਈਜ਼ ਆਫ 5th ਆਈਟਮ 26 plus 28 upon 2 ਇਸ ਤਰ੍ਹਾਂ ਤੁਸੀਂ ਸੋਲਵ ਕਰਨਾ ਹੈ। ਸਾਈਜ਼ ਆਫ 4th ਆਈਟਮ ਪਲਸ ਸਾਈਜ਼ ਆਫ 5th ਆਈਟਮ ਦੋਨਾਂ ਦਾ ਸਮ ਨੂੰ ਤੁਸੀਂ 2 ਤੇ ਡਿਵਾਈਡ ਕਰ ਦੋਗੇ, ਦੋਨਾਂ ਦਾ ਸਮ ਕਰਕੇ ਉਹਨੂੰ 2 ਤੇ ਡਿਵਾਈਡ ਕਰਕੇ ਜੋ ਆਨਸਰ ਆ ਜਾਏਗਾ ਉਹ ਤੁਹਾਡੇ ਕੋਲੇ ਜਿਹੜਾ ਹੈਗਾ ਮੀਡੀਅਨ ਦੀ ਵੈਲਿਊ ਬਣ ਜਾਏਗੀ। ਕਲੀਅਰ ਬੇਟਾ, ਸਮਝ ਆ ਗਿਆ। ਇਸ ਤਰ੍ਹਾਂ ਜੇ ਓਡ ਨੰਬਰ ਆਫ ਸੀਰੀਜ਼ ਹੈ ਇੰਡੀਵਿਜੂਅਲਸ ਤਾਂ ਉਹਨੂੰ ਤੁਸੀਂ ਇਸ ਤਰ੍ਹਾਂ ਸੋਲਵ ਕਰਨਾ ਹੈ, ਜੇ ਈਵਨ ਨੰਬਰ ਆਫ ਸੀਰੀਜ਼ ਹੈ ਤਾਂ ਤੁਸੀਂ ਇਸ ਤਰ੍ਹਾਂ ਨੂੰ ਸੋਲਵ ਕਰੋਗੇ। ਕਲੀਅਰ। ਨੈਕਸਟ ਆਪਣੇ ਕੋਲੇ ਅਗਲੀ ਜਿਹੜੀ ਟਾਈਪ ਆ ਜਾਂਦੀ ਹੈ ਉਹ ਆ ਜਾਂਦੀ ਹੈ ਡਿਸਕ੍ਰੀਟ ਸੀਰੀਜ਼ ਆ ਜਾਂਦੀ ਹੈ। ਜੇ ਤੁਹਾਨੂੰ ਡਿਸਕ੍ਰੀਟ ਸੀਰੀਜ਼ ਹੈ, ਡਿਸਕ੍ਰੀਟ ਸੀਰੀਜ਼ ਤੁਹਾਨੂੰ ਪਤਾ ਹੀ ਹੈ ਐਕਸ ਦੇ ਨਾਲ ਤੁਹਾਨੂੰ ਫ੍ਰੀਕੁਐਂਸੀ ਗਿਵਨ ਹੁੰਦੀ ਹੈ। ਤਾਂ ਜਦੋਂ ਤੁਹਾਨੂੰ ਫ੍ਰੀਕੁਐਂਸੀ ਗਿਵਨ ਹੁੰਦੀ ਹੈ ਤਾਂ ਤੁਸੀਂ ਇਹਨੂੰ ਕਿਸ ਤਰ੍ਹਾਂ ਸੋਲਵ ਕਰੋਗੇ, ਤਾਂ ਸਾਈਜ਼ ਆਫ ਪਹਿਲਾਂ ਤੁਸੀਂ ਉਵੇਂ ਠੀਕ ਹੈ ਸਾਈਜ਼ ਆਫ n+1/2th ਆਈਟਮ ਲਓਗੇ। ਠੀਕ ਹੈ, ਐਨ ਜਿਹੜਾ ਹੈਗਾ ਤੁਹਾਡਾ ਸਿਗਮਾ ਐਫ ਹੋ ਜਾਂਦਾ, ਉਹਨੂੰ ਅਸੈਂਡਿੰਗ ਤੇ ਡਿਸੈਂਡਿੰਗ ਆਰਡਰ ਦੇ ਵਿੱਚ ਲਗਾ ਲਓਗੇ। ਇਹਦੇ ਵਿੱਚ ਤੁਸੀਂ ਕੁਮੂਲੇਟਿਵ ਫ੍ਰੀਕੁਐਂਸੀ ਜਿਹੜੀ ਹੈ ਉਹ ਵੀ ਕੱਢਣੀ ਹੁੰਦੀ ਹੈਗੀ। ਠੀਕ ਹੈ, ਇਸ ਚੀਜ਼ ਦਾ ਧਿਆਨ ਰੱਖਣਾ ਹੈ। ਜਦੋਂ ਵੀ ਡਿਸਕ੍ਰੀਟ ਸੀਰੀਜ਼ ਗਿਵਨ ਹੁੰਦੀ ਹੈ ਉਹਦੇ ਵਿੱਚ ਤੁਸੀਂ ਕੁਮੂਲੇਟਿਵ ਫ੍ਰੀਕੁਐਂਸੀ ਨੂੰ ਵੀ ਫਾਈਂਡ ਆਊਟ ਕਰਨਾ ਹੈਗਾ। ਤਾਂ ਇਹਦੇ ਵਿੱਚ ਜਿਹੜਾ ਹੈਗਾ ਇਹਨੂੰ ਸੋਲਵ ਕਰਨ ਦਾ ਜਿਹੜਾ ਮੈਥਡ ਆ ਉਹ ਮੈਂ ਤੁਹਾਨੂੰ ਐਗਜ਼ਾਮਪਲ ਦੇ ਥਰੂ ਸਮਝਾਉਣੀ ਹੈਗੀ। ਡਿਸਕ੍ਰੀਟ ਸੀਰੀਜ਼ ਦਾ ਜੇ ਤੁਹਾਨੂੰ ਸਮ ਆ ਜਾਂਦਾ ਹੈਗਾ ਤਾਂ ਤੁਸੀਂ ਉਹਨੂੰ ਕਿਸ ਤਰ੍ਹਾਂ ਕੈਲਕੂਲੇਟ ਕਰੋਗੇ। ਹੁਣ ਜਿਵੇਂ ਕਿ ਤੁਹਾਨੂੰ ਆਹ ਡਿਸਕ੍ਰੀਟ ਸੀਰੀਜ਼ ਗਿਵਨ ਹੈ, ਡਿਸਕ੍ਰੀਟ ਸੀਰੀਜ਼ 'ਚ ਤੁਹਾਨੂੰ ਆਹ ਐਕਸ ਗਿਵਨ ਹੈ, ਜਿਹੜਾ ਫਸਟ ਕਾਲਮ ਇਨਕਮ ਹੈ ਇਹ ਤੁਹਾਨੂੰ ਐਕਸ ਗਿਵਨ ਹੈਗਾ। ਠੀਕ ਹੈ, ਤੇ ਸੈਕਿੰਡ ਜਿਹੜਾ ਨੰਬਰ ਆਫ ਪਰਸਨਸ ਗਿਵਨ ਹੈ ਇਹ ਤੁਹਾਨੂੰ ਫ੍ਰੀਕੁਐਂਸੀ ਗਿਵਨ ਹੈ। ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈਗਾ, ਕੁਮੂਲੇਟਿਵ ਫ੍ਰੀਕੁਐਂਸੀ ਜਿਹੜੀ ਹੈਗੀ ਆ ਉਹ ਬਣਾ ਲੈਣੀ ਹੈਗੀ। ਕੁਮੂਲੇਟਿਵ ਫ੍ਰੀਕੁਐਂਸੀ ਤੁਹਾਨੂੰ ਬਣਾਉਣੀ ਪਹਿਲਾਂ ਸਿਖਾਈ ਹੈ ਕਿ ਫਸਟ ਟਰਮ ਐਜ਼ ਇਟ ਇਜ਼, ਉਸ ਤੋਂ ਬਾਅਦ ਹਰ ਨੈਕਸਟ ਟਰਮ ਤੁਸੀਂ ਕੀ ਕਰਨਾ ਹੈਗਾ ਐਡ ਕਰਦੇ ਚਲੇ ਜਾਣਾ। 12 + 8 20, 13 + 20 33, 15 + 33 48, 10 + 48 58, 3 + 58 61। ਠੀਕ ਹੈ, ਦੈਟ ਇਜ਼ ਇਕੁਅਲ ਟੂ n। ਠੀਕ ਹੈ, ਕਲੀਅਰ। ਤਾਂ ਇਸ ਤਰ੍ਹਾਂ ਤੁਹਾਡੀ ਕੁਮੂਲੇਟਿਵ ਫ੍ਰੀਕੁਐਂਸੀ ਬਣ ਜਾਏਗੀ। ਹੁਣ ਜਦੋਂ ਤੁਸੀਂ ਮੀਡੀਅਨ ਕੱਢਣਾ ਹੈ ਤਾਂ ਮੀਡੀਅਨ ਕਿਸ ਤਰ੍ਹਾਂ ਕੱਢੋਗੇ, ਮੀਡੀਅਨ ਇਜ਼ ਇਕੁਅਲ ਟੂ ਵੈਲਿਊ ਆਫ n+1/2th ਆਈਟਮ। ਠੀਕ ਹੈ, ਮੀਡੀਅਨ ਕਿਹਦੇ ਇਕੁਅਲ ਹੋਏਗਾ n+1/2th ਆਈਟਮ। n ਤੁਸੀਂ ਕੱਢ ਲਿਆ 61 ਦੇ ਇਕੁਅਲ ਹੈ। 61 ਕੋਈ ਫਰਕ ਨਹੀਂ ਪੈਂਦਾ ਓਡ ਹੈ ਜਾਂ ਈਵਨ, ਦੈਟ ਡਜ਼ ਨੋਟ ਮੈਟਰ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਤੁਸੀਂ ਸਿਰਫ n ਦੀ ਵੈਲਿਊ ਪੁੱਟ ਕਰ ਦਿਓ 61 + 1/2 ਤਾਂ ਤੁਹਾਡੇ ਕੋਲ 62/2 ਬਣ ਜਾਏਗਾ। ਦੈਟ ਇਜ਼ ਵੈਲਿਊ ਆਫ 31st ਆਈਟਮ। ਹੁਣ ਜਿਹੜਾ 31st ਆਈਟਮ ਹੈ ਇਹ ਤੁਸੀਂ ਕਿੱਥੇ ਦੇਖੋਗੇ, ਵੈਲਿਊ ਆਫ 31st ਆਈਟਮ ਤੁਸੀਂ ਕੁਮੂਲੇਟਿਵ ਫ੍ਰੀਕੁਐਂਸੀ 'ਚ ਚੈੱਕ ਕਰਨਾ ਹੈਗਾ। ਠੀਕ ਹੈ, ਵੈਲਿਊ ਆਫ 31st ਆਈਟਮ ਦੇਖੋ ਇਹਦੇ ਵਿੱਚ ਕਿਤੇ ਵੀ ਨਹੀਂ ਹੈਗੀ 31st। ਤੁਸੀਂ ਦੇਖੋਗੇ ਕਿੱਥੇ ਲਾਈ ਕਰਦੇ, 31st ਜਿਹੜੀ ਹੈ ਉਹ 20 ਤੇ 33 ਦੇ ਵਿਚਕਾਰ ਲਾਈ ਕਰਦੀ ਹੈ ਨਾ। 31st ਹੈ ਜਿਹੜਾ ਉਹ 20 ਤੇ 33 ਦੇ ਵਿਚਕਾਰ ਲਾਈ ਕਰਦਾ, ਦਿਸ ਵਨ ਇੱਥੇ ਲਾਈ ਕਰਦਾ। ਤਾਂ ਐਕਸ ਦੇ ਵਿੱਚ ਤੁਸੀਂ ਜਾਓਗੇ, ਇਹਦੇ ਪੈਰਲਲ ਕੀ ਹੈ, ਤੁਸੀਂ ਐਕਸ ਦੇ ਵਿੱਚ ਜਾਓਗੇ ਦਿਸ ਵਨ। ਤਾਂ ਵੈਲਿਊ ਆਫ 31st ਆਈਟਮ ਜਿਹੜੀ ਹੈਗੀ ਉਹ ਤੁਸੀਂ ਦੇਖੋਗੇ 20 ਤੇ 33 ਦੇ ਵਿਚਕਾਰ ਜਿੱਥੇ ਲਾਈ ਕਰਦੀ ਹੈਗੀ, ਜਿਹੜੀ ਨੀਚੇ ਵਾਲੀ ਵੈਲਿਊ ਹੋਏਗੀ ਐਕਸ ਦੀ ਉਹ ਤੁਹਾਡੀ ਕੀ ਹੋਏਗੀ, ਦੈਟ ਇਜ਼ ਯੂਅਰ ਮੀਡੀਅਨ। ਉਹ ਤੁਹਾਡੀ ਮੀਡੀਅਨ ਦੀ ਵੈਲਿਊ ਹੋਏਗੀ 150। ਠੀਕ ਹੈ, ਜਿਹੜਾ ਨੀਚੇ, ਠੀਕ ਹੈ ਜਿੱਥੇ ਲਾਈ ਕਰੇਗੀ ਉਹਦੇ ਨੀਚੇ ਵਾਲੀ ਵੈਲਿਊ ਜਿਹੜੀ ਹੈ ਉਹ ਤੁਹਾਡੀ ਮੀਡੀਅਨ ਦੀ ਵੈਲਿਊ ਹੋਏਗੀ। ਕਲੀਅਰ ਬੇਟਾ, ਸਮਝ ਆ ਗਿਆ ਤੁਹਾਨੂੰ ਕਿਸ ਤਰ੍ਹਾਂ ਤੁਸੀਂ ਇਹਨੂੰ ਸੋਲਵ ਕਰਨਾ ਹੈਗਾ। ਸਮ ਨੂੰ ਸਿੰਪਲ ਹੈ, ਕੁਮੂਲੇਟਿਵ ਫ੍ਰੀਕੁਐਂਸੀ ਬਣਾਉਣੀ ਹੈ, ਵੈਲਿਊ ਆਫ n+1/2th ਆਈਟਮ ਕੱਢਣੀ ਹੈ, ਐਂਡ ਤੁਹਾਡੀ ਜਿਹੜੀ ਹੈਗੀ ਫ੍ਰੀਕੁਐਂਸੀ ਦਾ ਸਮ ਆ ਜਾਏਗਾ। ਜੋ ਵੀ ਤੁਹਾਡੀ ਵੈਲਿਊ ਆਏਗੀ ਉਹਨੂੰ ਤੁਸੀਂ ਕੁਮੂਲੇਟਿਵ ਫ੍ਰੀਕੁਐਂਸੀ ਚੈੱਕ ਕਰੋਗੇ, ਜਿੱਥੇ ਲਾਈ ਕਰੇਗੀ ਉਹਦੇ ਪੈਰਲਲ ਜਾਏ ਜਾਓਗੇ ਤੇ ਐਕਸ ਦੇ ਵਿੱਚ ਤੁਸੀਂ ਦੇਖੋਗੇ ਜੋ ਨੀਚੇ ਵੈਲਿਊ ਆਏਗੀ ਉਹ ਤੁਹਾਡੀ ਕੀ ਹੋਏਗੀ, ਮੀਡੀਅਨ ਦੀ ਵੈਲਿਊ ਹੈਗੀ। ਇਹ ਤੁਹਾਡੀ ਹੈਗੀ ਡਿਸਕ੍ਰੀਟ ਸੀਰੀਜ਼ ਦੇ ਵਿੱਚ ਕੱਢਣ ਦਾ ਫਾਰਮੂਲਾ। ਉਸ ਤੋਂ ਬਾਅਦ ਆ ਜਾਂਦਾ ਹੈਗਾ ਮੀਡੀਅਨ ਇਨ ਕੇਸ ਆਫ ਕੰਟੀਨਿਊਸ ਸੀਰੀਜ਼। ਜਦੋਂ ਕੰਟੀਨਿਊਸ ਸੀਰੀਜ਼ ਆ ਜਾਂਦੀ ਹੈ ਤਾਂ ਮੀਡੀਅਨ ਕੱਢਣ ਦਾ ਕੀ ਫਾਰਮੂਲਾ ਹੁੰਦਾ ਹੈਗਾ, ਸਭ ਤੋਂ ਪਹਿਲਾਂ ਤੁਸੀਂ ਕੀ ਕੈਲਕੂਲੇਟ ਕਰਨਾ ਇਹਦੇ ਵਿੱਚ, ਸਾਈਜ਼ ਆਫ n/2th ਆਈਟਮ। ਪਹਿਲਾਂ ਤੁਸੀਂ ਹੁਣ ਤੱਕ ਜਿੰਨਾ ਵੀ ਕੱਢਿਆ ਉਹਦੇ ਵਿੱਚ n+1/2th ਕੱਢਿਆ ਸੀ, ਹੁਣ ਤੁਸੀਂ ਸਾਈਜ਼ ਆਫ n/2th ਆਈਟਮ ਕੱਢੋਗੇ। ਠੀਕ ਹੈ, ਕੁਮੂਲੇਟਿਵ ਫ੍ਰੀਕੁਐਂਸੀ ਇਹਦੇ ਵਿੱਚ ਵੀ ਤੁਸੀਂ ਫਾਈਂਡ ਆਊਟ ਕਰਨੀ ਹੈ। ਠੀਕ ਹੈ, ਉਸ ਤੋਂ ਬਾਅਦ n ਜਿਹੜਾ ਹੈਗਾ ਸਾਈਜ਼ ਆਫ n/2th ਆਈਟਮ ਕੱਢ ਲਓਗੇ ਤੁਸੀਂ। ਡਾਟੇ ਨੂੰ ਉਸੇ ਤਰ੍ਹਾਂ ਤੁਸੀਂ
ਕੁਮੂਲੇਟਿਵ ਫ੍ਰੀਕੁਐਂਸੀ ਕੱਢ ਲਓਗੇ ਤੇ ਕੁਮੂਲੇਟਿਵ ਫ੍ਰੀਕੁਐਂਸੀ ਚੋਂ n/2 ਆ ਜਾਏਗਾ ਮੀਡੀਅਨ ਕਲਾਸ। ਉਸ ਤੋਂ ਬਾਅਦ ਇਹਦੇ ਵਿੱਚ ਜਿਹੜਾ ਫਾਰਮੂਲਾ ਬੇਟਾ ਤੁਸੀਂ ਇਹ ਫਾਰਮੂਲਾ ਬੇਟਾ ਯਾਦ ਰੱਖਣਾ ਹੈਗਾ, ਠੀਕ ਹੈ। ਇਹਦੇ ਵਿੱਚ ਇੱਕ ਆਪਣੇ ਕੋਲੇ ਮੀਡੀਅਨ ਕਲਾਸ ਜਿਹੜਾ ਉਹ ਆਏਗਾ, ਠੀਕ ਹੈ। ਮੀਡੀਅਨ ਕਲਾਸ ਆਪਣੇ ਕੋਲੇ ਜਿਹੜਾ ਹੈਗਾ ਉਹ ਆਪਾਂ ਫਾਈਂਡ ਆਊਟ ਕਰਾਂਗੇ। ਕਲੀਅਰ, ਇਹਨੂੰ ਵੀ ਮੈਂ ਤੁਹਾਨੂੰ ਜਿਹੜਾ ਹੈਗਾ ਥੋੜ੍ਹਾ ਜਿਹਾ ਐਗਜ਼ਾਮਪਲ ਦੇ ਥਰੂ ਹੀ ਸਮਝਾਉਣ ਦੀ ਕੋਸ਼ਿਸ਼ ਕਰਦੀ ਹਾਂ ਤਾਂ ਕਿ ਤੁਹਾਨੂੰ ਸਮਝ ਆਵੇ। ਦੇਖੋ ਮੀਡੀਅਨ ਆਪਾਂ ਨੂੰ ਜਿਹੜਾ ਹੈਗਾ ਕੰਟੀਨਿਊਸ ਸੀਰੀਜ਼ ਗਿਵਨ ਹੈ ਇੰਟਰਵਲਸ ਦੇ ਵਿੱਚ। ਇੰਟਰਵਲਸ ਦੇ ਵਿੱਚ ਤੁਹਾਨੂੰ ਆਹ ਗਿਵਨ ਹੈ, ਫ੍ਰੀਕੁਐਂਸੀ ਗਿਵਨ ਹੈ। ਕੁਮੂਲੇਟਿਵ ਫ੍ਰੀਕੁਐਂਸੀ ਆਪਾਂ ਉਸੇ ਤਰੀਕੇ ਨਾਲ ਜਿਵੇਂ ਪਹਿਲਾਂ ਬਣਾਉਂਦੇ ਬਣਾ ਲਈਗੀ। ਤਾਂ ਮੀਡੀਅਨ ਕੱਢਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਨੇ ਕੱਢਿਆ ਸਾਈਜ਼ ਆਫ n/2 ਆਈਟਮ। ਸਾਈਜ਼ ਆਫ n/2, n ਦੀ ਵੈਲਿਊ ਕਿੰਨੀ ਹੈ 100, 100/2 ਤਾਂ ਸਾਈਜ਼ ਆਫ 50th ਆਈਟਮ ਆ ਗਿਆ। ਤਾਂ ਉਸੇ ਤਰੀਕੇ ਨਾਲ ਆਪਾਂ ਦੇਖਾਂਗੇ ਕੁਮੂਲੇਟਿਵ ਫ੍ਰੀਕੁਐਂਸੀ ਦੇ ਵਿੱਚ ਕਿ 50th ਆਈਟਮ ਕਿੱਥੇ ਲਾਈ ਕਰਦੀ ਹੈ, ਦੈਟ ਇਜ਼ 40 ਤੇ 70 ਦੇ ਵਿਚਕਾਰ ਲਾਈ ਕਰਦੀ ਹੈ। ਤਾਂ ਫਿਰ 40 ਤੇ 70 ਦੇ ਵਿਚਕਾਰ ਤੁਸੀਂ ਇਹਦੇ ਪੈਰਲਲ ਜਾਈ ਜਾਓਗੇ, ਠੀਕ ਹੈ। ਇਹਦੇ ਪੈਰਲਲ ਗਏ ਤਾਂ ਆਹ ਜਿਹੜਾ ਨੀਚੇ ਵਾਲਾ ਜਿਹੜਾ ਇੰਟਰਵਲ ਹੈ, ਠੀਕ ਹੈ, 3 ਤੇ 5, ਇਹ ਤੁਹਾਡਾ ਕੀ ਬਣ ਜਾਏਗਾ, ਇਹ ਤੁਹਾਡਾ ਕਲਾਸ ਇੰਟਰਵਲ ਬਣ ਜਾਏਗਾ। ਮੀਡੀਅਨ ਕਲਾਸ ਇੰਟਰਵਲ ਜਿਹੜਾ ਹੈਗਾ ਉਹ 3 ਤੇ 5 ਬਣ ਜਾਏਗਾ, ਠੀਕ ਹੈ। 3 ਤੇ 5 ਇਹ ਤੁਹਾਡਾ ਜਿਹੜਾ ਹੈਗਾ ਮੀਡੀਅਨ ਕਲਾਸ ਇੰਟਰਵਲ ਬਣ ਜਾਏਗਾ। ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਿਆ ਸੀ ਤੁਸੀਂ ਇਹ ਫਾਰਮੂਲਾ ਯਾਦ ਰੱਖਣਾ ਹੈ। ਇਹਦੇ ਵਿੱਚ ਫਾਰਮੂਲਾ ਕੀ ਹੈ ਤੁਹਾਡਾ L + n/2 - CF/F × I। ਕੀ ਕੁਛ ਹੈ, L ਕੀ ਹੈ ਤੁਹਾਡੀ ਲੋਅਰ ਲਿਮਿਟ, ਜੋ ਵੀ ਤੁਹਾਡਾ ਕਲਾਸ ਇੰਟਰਵਲ ਹੈ ਉਹਦੀ ਜਿਹੜੀ ਲੋਅਰ ਲਿਮਿਟ ਹੈ ਉਹ ਕੀ ਹੈ ਤੁਹਾਡਾ L ਹੈ। ਕਲੀਅਰ, ਸਮਝ ਆ ਗਿਆ ਬੇਟਾ। L ਕੀ ਹੈ ਤੁਹਾਡਾ ਜੋ ਵੀ ਕਲਾਸ ਇੰਟਰਵਲ ਤੁਸੀਂ ਫਾਈਂਡ ਆਊਟ ਕੀਤਾ ਉਹਦੀ ਲੋਅਰ ਲਿਮਿਟ ਜਿਹੜੀ ਹੈਗੀ ਆ ਉਹ ਤੁਹਾਡੀ L ਦੀ ਵੈਲਿਊ ਹੈ। n/2 ਤੁਸੀਂ ਇੱਥੇ ਕੈਲਕੂਲੇਟ ਕੀਤਾ ਹੀ ਹੈ, 50 ਤੁਹਾਡਾ ਆ ਜਾਏਗਾ। -CF ਕੀ ਹੋਏਗਾ, ਕੁਮੂਲੇਟਿਵ ਫ੍ਰੀਕੁਐਂਸੀ ਜੋ ਵੀ ਤੁਸੀਂ ਇੰਟਰਵਲ ਫਾਈਂਡ ਆਊਟ ਕੀਤਾ ਹੈ, ਠੀਕ ਹੈ, ਉਹਦੇ ਉੱਪਰ ਵਾਲੀ, ਠੀਕ ਹੈ, ਉਹਦੇ ਉੱਪਰ ਵਾਲੀ ਜਿਹੜੀ ਹੁੰਦੀ ਹੈਗੀ ਉਹ ਤੁਹਾਡੀ ਕੁਮੂਲੇਟਿਵ ਫ੍ਰੀਕੁਐਂਸੀ ਹੋਏਗੀ। ਤੇ ਜੋ ਇੰਟਰਵਲ ਫਾਈਂਡ ਆਊਟ ਕੀਤਾ ਉਹਦੇ ਬਰਾਬਰ ਜਿਹੜੀ ਹੁੰਦੀ ਹੈਗੀ ਉਹ ਫ੍ਰੀਕੁਐਂਸੀ ਹੋਏਗੀ ਤੁਹਾਡੀ, ਠੀਕ ਹੈ। ਕੁਮੂਲੇਟਿਵ ਫ੍ਰੀਕੁਐਂਸੀ ਉੱਪਰ ਵਾਲੀ ਲੈਣੀ ਹੈ ਤੁਸੀਂ, ਤੇ ਫ੍ਰੀਕੁਐਂਸੀ ਇੰਟਰਵਲ ਦੇ ਬਰਾਬਰ ਵਾਲੀ ਜਿਹੜੀ ਹੈ ਉਹ ਤੁਸੀਂ ਫ੍ਰੀਕੁਐਂਸੀ ਦੀ ਵੈਲਿਊ ਪੁੱਟ ਕਰਨੀ ਹੈ। I ਜਿਹੜਾ ਹੋਏਗਾ ਉਹ ਕੀ ਹੋਏਗਾ ਤੁਹਾਡਾ difference between the upper limit and lower limit of the interval, that is 5 - 3 2 ਆ ਜਾਏਗਾ। ਕਲੀਅਰ ਬੇਟਾ, ਸਮਝ ਆ ਗਿਆ। ਇਹ ਫਾਰਮੂਲਾ ਤੁਸੀਂ ਯਾਦ ਕਰਨਾ ਹੈ ਤੇ ਸਾਰੀਆਂ ਵੈਲਿਊਜ਼ ਤੁਸੀਂ ਇੱਥੋਂ ਤੁਸੀਂ ਦੇਖ ਕੇ ਪੁੱਟ ਕਰ ਦੋਗੇ ਤੇ ਜੋ ਆਨਸਰ ਆਏਗਾ ਉਹ ਤੁਹਾਡੇ ਕੋਲੇ ਮੀਡੀਅਨ ਦੀ ਵੈਲਿਊ ਬਣ ਜਾਏਗੀ। ਕਲੀਅਰ ਬੇਟਾ, ਸਮਝ ਆਇਆ ਹੈਗਾ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਾ ਪ੍ਰੋਸੈਸ ਦੁਬਾਰਾ ਰਿਪੀਟ ਕਰਦੀ ਹਾਂ। ਇੰਟਰਵਲਸ ਗਿਵਨ ਹੈ, ਫ੍ਰੀਕੁਐਂਸੀ ਗਿਵਨ ਹੈ, ਕੁਮੂਲੇਟਿਵ ਫ੍ਰੀਕੁਐਂਸੀ ਫਾਈਂਡ ਆਊਟ ਕਰ ਲਓਗੇ, ਐਨ ਤੁਹਾਨੂੰ ਪਤਾ ਲੱਗ ਜਾਏਗਾ। ਮੀਡੀਅਨ ਵਾਸਤੇ ਸਾਈਜ਼ ਆਫ n/2 ਆਈਟਮ ਲਓਗੇ, ਠੀਕ ਹੈ। ਸਾਈਜ਼ ਆਫ 50th ਆਈਟਮ ਆ ਗਿਆ ਤੁਹਾਡੇ ਕੋਲੇ। 50th ਆਈਟਮ ਤੁਸੀਂ ਕੀ ਕਰਨਾ ਹੈਗਾ, ਕੁਮੂਲੇਟਿਵ ਫ੍ਰੀਕੁਐਂਸੀ ਚੈੱਕ ਕੀਤੀ ਕਿ ਕਿੱਥੇ ਲਾਈ ਕਰਦੀ ਹੈ, ਜਿਹੜੀ ਦੋ ਫ੍ਰੀਕੁਐਂਸੀਜ਼ ਦੇ ਵਿਚਕਾਰ ਕੁਮੂਲੇਟਿਵ ਫ੍ਰੀਕੁਐਂਸੀ ਦੇ ਵਿਚਕਾਰ ਲਾਈ ਕਰਦੀ ਉਹਦੇ ਪੈਰਲਲ ਜਾ ਕੇ ਤੁਸੀਂ ਇੰਟਰਵਲ ਫਾਈਂਡ ਆਊਟ ਕਰ ਲਿਆ ਨੀਚੇ ਵਾਲਾ। ਕਲੀਅਰ, ਉਹਦੇ ਸਾਹਮਣੇ ਵਾਲੀ ਤੁਸੀਂ ਫ੍ਰੀਕੁਐਂਸੀ ਲੈਣੀ ਹੈ ਤੇ ਉੱਪਰ ਵਾਲੀ ਕੁਮੂਲੇਟਿਵ ਫ੍ਰੀਕੁਐਂਸੀ ਲੈਣੀ ਹੈ। ਕਲੀਅਰ, ਉਸ ਤੋਂ ਬਾਅਦ ਤੁਸੀਂ ਫਾਰਮੂਲਾ ਯਾਦ ਰੱਖਣਾ, ਲੋਅਰ ਲਿਮਿਟ + n/2 - ਕੁਮੂਲੇਟਿਵ ਫ੍ਰੀਕੁਐਂਸੀ ਅਪੋਨ ਫ੍ਰੀਕੁਐਂਸੀ × I। ਲੋਅਰ ਲਿਮਿਟ ਇੰਟਰਵਲ ਦੀ ਜਿਹੜੀ ਲੋਅਰ ਲਿਮਿਟ ਹੈ ਉਹ L, n/2 ਕੈਲਕੂਲੇਟ ਕੀਤਾ ਹੈ, ਕੁਮੂਲੇਟਿਵ ਫ੍ਰੀਕੁਐਂਸੀ ਉੱਪਰ ਵਾਲੀ, ਫ੍ਰੀਕੁਐਂਸੀ ਸਾਹਮਣੇ ਵਾਲੀ, ਤੇ I ਜਿਹੜੀ ਹੈਗੀ ਹੈ ਦੋਨਾਂ ਦਾ ਡਿਫਰੈਂਸ, ਅਪਰ ਲਿਮਿਟ - ਲੋਅਰ ਲਿਮਿਟ। ਕਲੀਅਰ, ਇਸ ਨੂੰ ਕੈਲਕੂਲੇਟ ਕਰਕੇ ਕੀ ਹੈ ਤੁਹਾਡੇ ਕੋਲੇ ਆਪਣੇ ਕੋਲੇ ਜਿਹੜਾ ਹੈਗਾ ਮੀਡੀਅਨ ਦੀ ਵੈਲਿਊ ਆਪਾਂ ਫਾਈਂਡ ਆਊਟ ਕਰ ਸਕਦੇ ਹਾਂ। ਇਸ ਤਰ੍ਹਾਂ ਜਿਹੜਾ ਹੈਗਾ ਬੇਟਾ ਆਪਣੇ ਕੋਲੇ ਇਹ ਵੈਲਿਊਜ਼ ਆ ਜਾਂਦੀਆਂ ਹੈਗੀਆਂ। ਇਸ ਤਰ੍ਹਾਂ ਆਪਾਂ ਨੇ ਮੀਡੀਅਨ ਨੂੰ ਜਿਹੜਾ ਹੈਗਾ ਫਾਈਂਡ ਆਊਟ ਕਰਨਾ ਹੈ। ਉਸ ਤੋਂ ਬਾਅਦ ਆ ਬੇਟਾ ਕੁਛ ਮੈਰਿਟਸ ਤੇ ਡੀਮੈਰਿਟਸ ਲਿਖੀਆਂ ਹੋਈਆਂ ਹੈਗੀਆਂ, ਇਹਨਾਂ ਨੂੰ ਤੁਸੀਂ ਰੀਡ ਆਊਟ ਕਰ ਲਿਓ। ਸਿੰਪਲ ਲਿਖੀਆਂ ਹੋਈਆਂ ਹੈਗੀਆਂ, ਜੇ ਕੁਛ ਨਹੀਂ ਸਮਝ ਆਏ ਤਾਂ ਤੁਸੀਂ ਪੁੱਛ ਵੀ ਸਕਦੇ ਹੋਗੇ ਮੀਡੀਅਨ ਤੇ ਬਾਕੀ ਦੇ ਜਿਹੜੀਆਂ ਐਗਜ਼ਾਮਪਲਸ ਹੈ ਇਹ ਬੇਟਾ ਤੁਸੀਂ ਦੇਖ ਲਿਓ, ਉਹ ਇਸੇ ਤਰੀਕੇ ਨਾਲ ਹੀ ਹੈ, ਇਹਨਾਂ ਫਾਰਮੂਲਾਜ਼ ਨੂੰ ਹੀ ਯੂਜ਼ ਕਰਕੇ ਕੱਢेंगे। ਤੇ 8.9 ਐਕਸਰਸਾਈਜ਼ ਜਿਹੜੀ ਹੈਗੀ ਹੈ ਉਹ ਇਸੇ ਤਰੀਕੇ ਨਾਲ ਤੁਸੀਂ ਕੱਢਣੀ ਹੈਗੀ। ਥੈਂਕ ਯੂ ਬੇਟਾ।